ਦੇਖਿਆ ਸੀ ਪਿਛਲੇ 15-16 ਸਾਲ ਤੋਂ। ਤਾਂ ਫਿਰ ਸੋਚਿਆ ਕਿ ਕਿਉਂ ਨਾ ਇਸ ਉੱਪਰ ਪ੍ਰੈਕਟੀਕਲੀ ਮੋਟੀਵੇਟਡ ਹੋ ਕੇ ਫਿਰ ਕੁਝ ਕੰਮ ਕੀਤਾ ਜਾਏ। ਤਾਂ ਦੇਖਿਆ ਜਾਏ, ਲੈਟਸ ਸੀ ਵਟ ਐਵਰ ਕੌਨਸੀਕੁਐਂਸਿਸ ਗੈਟ ਅਸ, ਕਿ ਯਾਨੀ ਕਿ ਆਪਣੇ ਜੋ ਆਉਣੇ ਵਾਲੇ ਹਾਲਾਤ ਨੇ ਉਹ ਆਪਣੇ ਨੂੰ ਪੋਜ਼ਿਟਿਵ ਕਿੰਨਾ ਬਣਾਉਂਦੇ ਨੇ। ਕਹਿੰਦੇ ਕਿ ਚੜ੍ਹਦੇ ਸੂਰਜ ਨੂੰ ਸਾਰੇ ਸਲਾਮ ਕਰਦੇ ਆ। ਐਵਰੀਬਾਡੀ ਬੋਸ ਟੂ ਡੈਟ ਸੇਇੰਗ ਕਿ ਜੋ ਸ਼ਾਈਨ ਕਰਦੀ ਆ, ਤੇ ਜੋ ਸ਼ਾਈਨ ਨਹੀਂ ਕਰਦਾ ਉਹਨੂੰ ਕੋਈ ਬੰਦਾ ਐਗਜ਼ਿਸਟ ਨਹੀਂ ਮੰਨਦਾ। तो डैट्स वाई थॉट कि कोई बात नहीं, शाइन करने वाला बन के दिखाओ। शाइन करने वाले ओदी पूजा करने वाले अपने आप आ जाएंगे। वो कॉपी कैट करके अपने आप ਨੂੰ ਬਹੁਤ ਜ਼ਿਆਦਾ ਨੰਬਰ 1 ਹੋ ਗਿਆ ਕਿ ਆਪਾਂ ਕਾਪੀ ਕੈਟ ਹਰ ਚੀਜ਼ ਕਰ ਸਕਦੇ ਆਪਾਂ। ਦੇ ਵਾਂਟ ਟੂ ਬਿਕਮ ਅ ਗॉड, ਕਿ ਆਪਣੇ ਆਪ ਨੂੰ ਰੱਬ ਸਮਝਦੇ ਆ ਕਿ ਆਪਾਂ ਰੱਬ ਬਣ ਗਏ। ਤਾਂ ਕੋਈ ਨਹੀਂ, ਰੱਬ ਨੂੰ ਅਗਰ ਕਰਨ ਵਾਲਾ ਤਾਂ ਕੋਈ ਨਾ ਚਾਹੀਦਾ ਫਿਰ ਉਹਨਾਂ ਨੂੰ ਨੀਚੇ ਲਾਉਣ ਵਾਲਾ। ਤਾਂ ਉਸ ਰੱਬ ਨੇ ਆਪਣੇ ਚੁਣਿਆ ਹੋਇਆ। ठीक है, कर्म कर, फल दे और चैनल नीचे लेके आ। चलता रहूंगा पथ पर, चलने में माहिर हो जाऊंगा। या तो मंजिल मिल जाएगी या फिर मुसाफिर बन जाऊंगा। जद ਅਸੀਂ ਚੱਲਦੇ ਆ ਨਾ, ਬਹੁਤ ਸਾਰੇ ਲੋਕੀ ਰਾਹ 'ਚ ਮਿਲਦੇ ਆ, ਬਟ ਕੁਝ ਬਹੁਤ ਘੱਟ ਲੋਕਾਂ 'ਚ ਇਹੋ ਜਿਹੀ ਗੱਲ ਹੁੰਦੀ ਆ ਜਿਹੜੀ ਸਾਨੂੰ ਉਹਨਾਂ ਵੱਲ ਅਟਰੈਕਟ ਕਰਦੀ ਆ। ਸੋ ਅੱਜ ਜਾਂਦੇ ਹੋਏ ਨਾਰਮਲੀ ਜਾ ਰਹੇ ਸੀਗੇ, ਕੋਈ ਦੇਖਿਆ ਤੇ ਲੱਗਿਆ ਕਿ ਇਹ ਕੀ ਹੈ, ਇਹ ਕੋਈ ਮੁਸਾਫਿਰ ਆ ਜੋ ਕਿ ਦੁਨੀਆ ਤੋਂ ਦੂਰ ਬਹਿ ਕੇ ਇੱਕ ਕੁਆਇਟ ਕਾਰਨਰ ਲੈ ਕੇ ਕੋਈ ਗੋਲ ਅਚੀਵ ਕਰਨਾ ਚਾਹੁੰਦਾ ਆ। ਨਾਮ ਵੀ ਕਾਮਨ ਆ, ਸ਼ਕਲ ਵੀ ਕਾਮਨ ਆ, ਗੱਲਾਂ ਵੀ ਬਹੁਤ ਸੋਹਣੀਆਂ ਕਰਦੇ ਨੇ, ਬਟ ਜਦ ਬੈਠੋ ਨਾ ਇਹਨਾਂ ਨਾਲ ਇੱਕ ਅਲੱਗ ਲੈਵਲ 'ਚ ਚੱਲ ਜਾਂਦੇ ਹੋ ਤੁਸੀਂ। ਆਈ ਐਮ ਟਾਕਿੰਗ ਅਬਾਊਟ ਹੈਰੀ ਆਰਟਿਸਟ। ਹੈਰੀ ਨਾਂ ਦੇ ਅੱਗੇ ਆਰਟਿਸਟ ਕਿਉਂ? थैंक यू मैडम। ये है अपना, ठीक है, ये अपनी मैडम, ये सरस्वती देवी, ठीक है, इन्हों गॉडेस ऑफ आर्ट बोलते हैं। तो डैट्स वाई हैरी अपना नाम है। आर्टिस्ट कहने ਲਈ आई हैव टू हैव माई मैडम ऑन द रिकग्निशन टाइप टेबल ऑल्सो। डैट्स वाई कि सोचा कि क्यों ना मैडम ਨੂੰ ਨਾਲ इंक्लूड कर लिया जाए, इस करके हैरी आर्टिस्ट ਤਾਂ है मैडम नाम। हैरी आर्टिस्ट है कौन? ਲੋਕਾਂ ਨੇ ਸਿਰਫ ਇਹ ਸੁਣਿਆ ਕਿ ਮੈਂ ਇੱਕ ਮੁਸਾਫਿਰ ਬਾਰੇ ਗੱਲ ਕਰ ਰਹੀ ਹਾਂ, ਬਟ ਤੁਸੀਂ ਹੋ ਕੌਣ ਜੇ ਹੈਰੀ ਨੂੰ ਆਪਣੇ ਆਪ ਨੂੰ ਆਰਟਿਸਟ ਹਟਾ ਕੇ ਆਪਣੀ ਅਸਤਿਤਵ ਬਾਰੇ ਲੋਕਾਂ ਨੂੰ ਦੱਸਣਾ ਹੋਵੇ? ਸੋ ਹੈਰੀ ਕੌਣ ਆ? वैसे हैरी ये है, ये कह सकते हैं कि जिन्हों कोई समझ ना पाए दो कैन अंडरस्टैंड, क्योंकि जिंदगी की मोनोपली विच एक तरह बन के बंदे कहते आप इंसान हाँ, बट पर्सन कैन नैवर बी द इंसान कि हाँ कि वो इंसान कहना चाहिए कि वो इंसान बन गया, बट विदाउट एनी कोई मेहनत नहीं की, उसने कुछ नहीं किया, तो आई डोंट थिंक सो कि वो पॉसीबल है कि वो इंसान बन जाए। नहीं, कर्म करना पैंदा, कर्म करना पैंदा। ताई सरस्वती देवी ताई रखी नाल कि हाँ मैडम है अपने नाल। बहुत बंदे जाते हैं, बहुत बंदे आते हैं, बट जो कर्म करने वाला कामयाब होंदा, इस माई एक्सपीरियंस, ताई ये मैडम नाल जुड़े हैं। ਸੋ ਦੱਸ ਦਈਏ ਕਿ ਜਿਸ ਆਰਟ ਨੂੰ ਇਹ ਦਿਖਾ ਰਹੇ ਨੇ ਉਹ ਆਰਟ ਇਹਨਾਂ ਨੇ ਪੈਨ ਨਾਲ ਬਣਾਈ ਆ। ਸੋ ਇੱਕ ਵਾਰ ਜ਼ਰੂਰ ਚਾਹਾਂਗੀ ਕਿ ਆਪਣੀ ਇਸ ਆਰਟ ਨੂੰ ਇੱਕ ਵਾਰ ਐਕਸਪਲੇਨ ਕਰਕੇ ਜ਼ਰੂਰ ਦੱਸੋ ਲੋਕਾਂ। ਜੀ ਆਫ ਕੋਰਸ, ਆਓ ਕੈਮਰਾਮੈਨ ਸਾਹਿਬ ਅੱਗੇ ਨੂੰ ਆਓ ਮਾੜਾ ਜਿਹਾ, ਤੁਹਾਨੂੰ ਐਕਸਪਲੇਨ ਕਰਕੇ ਦੱਸਦੇ ਹਾਂ ਕਿ ਆਪਾਂ ਕਿੱਦਾਂ ਬਣਾਉਂਦੇ ਆ ਇਸ ਨੂੰ। ਯਾਨੀ ਬਰੀਕੀ ਵਾਲੇ ਪੈਟਰਨ ਜਿਹੜੇ ਹੈਗੇ ਆ ਸਾਰੇ ਲਾਈਨ ਵਰਕ ਵਾਲੇ, ਸਾਰੇ ਵਿਦਾਊਟ ਪੈਨਸਿਲ, ਵਿਦਾਊਟ ਰਬੜ, ਵਿਦਾਊਟ ਸਕੇਲ ਨੇ, ਸਾਰਾ ਪੈਨ ਦੇ ਨਾਲ ਆ। ਕੋਈ ਤੁਹਾਨੂੰ ਸਕੇਲ, ਕੋਈ ਪੈਨਸਿਲ, ਪਰਪੈਂਡੀਕੂਲਰ ਕੁਛ ਨਹੀਂ ਯੂਜ਼ ਕਰਨਾ, ਡਾਇਰੈਕਟਲੀ ਪੈਨ ਦੇ ਨਾਲ, ਔਰ ਇੱਦਾਂ ਬਣਾ ਕੇ ਬੰਦੇ ਸਾਹਮਣੇ ਰੱਖਣਾ। ਕਿਉਂਕਿ ਇਹ ਕਨਸੈਪਟ ਆਇਆ ਸੀ ਕਿ ਚਾਈਨਾ ਵਾਲੇ ਕਹਿੰਦੇ ਹਰ ਚੀਜ਼ ਨੂੰ ਕਾਪੀ ਕਰ ਲੈਂਦੇ ਆ, ਦੇ ਕੈਨ ਕਾਪੀ ਐਨੀਥਿੰਗ। ਓਕੇ, ਲੈਟਸ ਸੀ ਕਿੰਨੇ ਵੱਡੇ ਕਾਪੀ ਕੈਟ ਨੇ। ਤੇ ਉਹੀ ਦੇਖਣ ਲਈ ਇਹ ਬੜਾ ਸੁਪਨਾ ਆਪਣਾ ਦੇਖਿਆ ਸੀ ਪਿਛਲੇ 15-16 ਸਾਲ ਤੋਂ। ਤਾਂ ਫਿਰ ਸੋਚਿਆ ਕਿ ਕਿਉਂ ਨਾ ਇਸ ਉੱਪਰ ਪ੍ਰੈਕਟੀਕਲੀ ਮੋਟੀਵੇਟਡ ਹੋ ਕੇ ਫਿਰ ਕੁਝ ਕੰਮ ਕੀਤਾ ਜਾਏ। ਤਾਂ ਦੇਖਿਆ ਜਾਏ, ਲੈਟਸ ਸੀ ਵਟ ਐਵਰ ਕੌਨਸੀਕੁਐਂਸਿਸ ਗੈਟ ਅਸ, ਕਿ ਯਾਨੀ ਕਿ ਆਪਣੇ ਜੋ ਆਉਣੇ ਵਾਲੇ ਹਾਲਾਤ ਨੇ ਉਹ ਆਪਣੇ ਨੂੰ ਪੋਜ਼ਿਟਿਵ ਕਿੰਨਾ ਬਣਾਉਂਦੇ ਨੇ। ਤੁਸੀਂ ਕਿਹਾ 15-16 ਸਾਲ, ਇੱਕ ਵਾਰ ਜੇ ਮੈਂ ਜਾਣਨਾ ਚਾਹਾਂਗੀ ਤੁਹਾਡੀ ਉਮਰ ਕੀ ਆ, ਤੇ ਤੁਸੀਂ 15-16 ਸਾਲ ਤੋਂ ਸਿਰਫ ਇੱਥੇ ਹੀ ਬੈਠੇ ਹੋ, ਇਹ ਕੰਮ ਕਰਨੇ ਹੋ? ਜੀ ਵੈਸੇ ਹੁਣ ਉਮਰ ਹੋ ਗਈ ਹੈ 45 ਸਾਲ ਹੋ ਗਈ ਹੈ ਹੁਣ। ਤਾਂ 15 ਸਾਲ ਆਇਆ ਜਾਏ ਤਾਂ 25 ਸਾਲ 30 ਸਾਲ ਤੱਕ ਬੈਠੇ ਹੋਵਾਂਗੇ, 30 ਸਾਲ ਤੱਕ ਉੱਥੇ। ਪਰ 30 ਸਾਲ ਵਿੱਚ ਜੋ ਵੀ ਕੀਤਾ ਉਹ ਵੀ ਡਰਾਇੰਗ ਹੀ ਕੀਤੀ। ਅਤੇ ਇਸ ਕਰਕੇ ਉਹੀ
ਚਾਈਨਾ ਵਾਲੇ ਚੈਨਲ ਆਪਣਾ ਕਨਸੈਪਟ ਬਣਾਇਆ ਸੀ ਕਿ ਚਾਈਨਾ ਕਾਪੀਕੈਟ ਬਣਦਾ ਆਪਣੇ ਆਪ ਨੂੰ, ਤਾਂ ਉਸ ਨੂੰ ਕਾਪੀਕੈਟ ਤੋਂ ਨੀਚੇ ਲੈ ਕੇ ਆਉਣਾ ਹੈ। ਦੈਟ ਅਹ, ਵਾਸ ਦਾ ਆਬਜੈਕਟਿਵ। ਜੀ ਉਹ ਕਹਿੰਦੇ ਨੇ ਨਾ ਕਿ ਇਹ ਜੀ ਕ੍ਰੇਜ਼ੀਨੈਸ ਬੰਦੇ ਨੂੰ ਕਿਤੇ ਲੈ ਕੇ ਜਾਂਦੀ ਆ। ਅਹ, ਮੈਂ ਬੜੀ ਦੇਰ ਦੀ ਗੱਲ ਕਰ ਰਹੀ ਹਾਂ ਬਟ ਮੇਰੇ ਜ਼ਿਹਨ 'ਚ ਬਹੁਤ ਸਾਰੇ ਸਵਾਲ ਆ। ਤੁਸੀਂ ਇੱਥੇ ਕਿਉਂ, ਤੁਹਾਡੀ ਫੈਮਿਲੀ ਕਿੱਥੇ ਹੈ, ਉਹ ਤੁਹਾਨੂੰ ਅਲਾਉ ਕਰ ਰਹੀ ਆ, ਆ ਤੁਸੀਂ ਕੀ ਕਰ ਰਹੇ ਹੋ, ਤੇ ਇਹ ਜੋ ਤੁਸੀਂ ਕਰ ਰਹੇ ਹੋ ਇਹ ਕ੍ਰੇਜ਼ੀਨੈਸ ਕੀ ਲੱਗਦਾ ਹੈ ਕਿੱਥੇ ਤੱਕ ਲੈ ਕੇ ਜਾਏਗੀ ਤੁਹਾਨੂੰ? ਦੇਖੋ ਫੈਮਿਲੀ ਵਾਲੇ ਜਿਹੜੇ ਹੁੰਦੇ ਨਾ, ਕਹਿੰਦੇ ਕਿ ਚੜ੍ਹਦੇ ਸੂਰਜ ਨੂੰ ਸਾਰੇ ਸਲਾਮ ਕਰਦੇ ਆ। ਐਵਰੀਬਾਡੀ ਬੋਸ ਟੂ ਡੈਟ ਸੇਇੰਗ ਕਿ ਜੋ ਸ਼ਾਈਨ ਕਰਦੀ ਆ, ਤੇ ਜੋ ਸ਼ਾਈਨ ਨਹੀਂ ਕਰਦਾ ਉਹਨੂੰ ਕੋਈ ਬੰਦਾ ਐਗਜ਼ਿਸਟ ਨਹੀਂ ਮੰਨਦਾ। तो डैट्स वाई थॉट कि कोई बात नहीं, शाइन करने वाला बन के दिखाओ, शाइन करने वाले ओदी पूजा करने वाले अपने आप आ जाएंगे। जस्ट बी द सनशाइन, सन अपने आप बन जाओ। ਅਸੀਂ ਜਦ ਗੁਜ਼ਰ ਰਹੇ ਸੀਗੇ ਸਾਡਾ ਧਿਆਨ ਗਿਆ। ਆਈ ਐਮ ਸ਼ੋਰ ਇਦਾਂ ਦੇ ਬਹੁਤ ਲੋਕਾਂ ਦਾ ਧਿਆਨ ਜਾਂਦਾ ਹੋਵੇਗਾ। ਕੁਝ ਇਗਨੋਰ ਕਰਕੇ ਲੱਗ ਜਾਂਦੇ ਨੇ ਤੇ ਕੁਝ ਸਾਡੇ ਵਾਂਗ ਕਿਉਰਿਓਸਿਟੀ ਵਾਲੇ ਹੁੰਦੇ ਨੇ ਕਿ ਆ ਕੇ ਪੁੱਛ ਲੈਂਦੇ ਨੇ। ਤੇ ਲੱਕੀਲੀ ਪੱਤਰਕਾਰ ਨੇ ਤਾਂ ਇੱਕ ਪਲੇਟਫਾਰਮ ਹੈਗਾ ਲੋਕਾਂ ਤੱਕ ਤੁਹਾਡਾ ਮੈਸੇਜ ਲੈ ਕੇ ਜਾਣ ਦਾ। ਸੋ ਫੈਮਿਲੀ ਨੇ ਕਦੇ ਰੋਕਿਆ ਨਹੀਂ ਤੇ ਕੌਣ ਨੇ ਘਰ ਦੇ ਵਿੱਚ ਕੀ ਇੱਦਾਂ ਦਾ ਕੁਝ, ਮਤਲਬ ਕਿਸੇ ਨੇ ਕੁਝ ਕਿਹਾ ਨਹੀਂ ਕਿ ਇਹ ਤੁਸੀਂ ਕੀ ਕਰ ਰਹੇ ਹੋ, ਤੁਹਾਨੂੰ ਕੀ ਮਿਲੂਗਾ? राइट, नहीं फैमिली वाले ने कहा कि या तो तुसी अपनी ड्राइंग कर लो ਜਾਂ ਫਿਰ ਘਰ ਛੱਡ ਦਿਓ। ਤਾਂ ਓਕੇ, ਹੁਣ ਜਾ ਕੇ 2016 ਵਿੱਚ ਮੂਵੀ ਆਈ ਸੀ ਇੱਕ ਪਾਰੋ ਵਾਲੀ, ਕਿ ਪਾਰੋ ਲਈ ਪਿਆਰ ਲਈ ਸਭ ਕੁਝ ਛੱਡਤਾ। ਤਾਂ ਦੈਨ ਆਈ ਥੋਟ ਕਿ ਓਕੇ ਪਹਿਲੇ ਉਹ ਤਾਂ 1998 ਵਿੱਚ ਹੀ ਕਰ ਚੁੱਕੇ ਆ। ਜਾਂ ਘਰ ਵਾਲੇ ਨੇ ਕਿਹਾ ਸੀ ਕਿ ਓਕੇ ਕਿ ਜਾਂ ਤਾਂ ਡਰਾਇੰਗ ਛੱਡ ਦਿਓ ਜਾਂ ਘਰ ਛੱਡ ਦਿਓ। ਤਾਂ ਓਕੇ ਲੈਫਟ ਮਾਈ ਹੋਮ, ਓਕੇ ਕੋਈ ਗੱਲ ਨਹੀਂ ਘਰ ਛੱਡ ਦਿੰਦੇ ਆ, ਨੋ ਪ੍ਰੋਬਲਮ, ਇਟਸ ਨਾਟ ਅ ਡਿਫਿਕਲਟ ਥਿੰਗ। ਆਈ ਐਮ ਸੌਰੀ ਟੂ ਆਸਕ ਯੂ ਦੈਟ। ਆਈ ਡੋਂਟ ਨੋ ਜੇ ਤੁਸੀਂ ਆਨਸਰ ਦੇਣਾ ਚਾਹੋ ਤਾਂ ਦੇ ਸਕਦੇ ਹੋ। ਉੱਥੇ ਉਸ ਫਿਲਮ ਦੇ ਵਿੱਚ ਪਾਰੋ ਨੇ ਕਿਹਾ ਸੀ ਸ਼ਰਾਬ ਛੋੜ ਦਿਓ। ਸੋ ਤੁਹਾਨੂੰ ਵੀ ਕਿਹਾ ਕਿਸੇ ਐਸੀ ਪਾਰੋ ਨੇ ਕਿਹਾ ਕਿ ਡਰਾਇੰਗ ਛੋੜ ਦਿਓ? ਨਹੀਂ, ਕਿਉਂਕਿ ਜਿਹੜੀ ਇੱਕ ਦੋ ਪਾਰੋਂ ਆਈਆਂ ਹੈ ਲਾਈਫ ਵਿੱਚ, ਤਾਂ ਉਹਨਾਂ ਨੇ ਕਿਹਾ ਕਿ ਹਾਂ ਠੀਕ ਹੈ ਕਿ ਡਰਾਇੰਗ ਛੋੜ ਦਿਓ, ਨਹੀਂ ਤਾਂ ਹਮ, ਕਿਉਂਕਿ ਸੌਤਨ ਕੋਈ ਨਹੀਂ ਚਾਹੁੰਦੀ ਕੁੜੀ। ਤਾਂ ਫਿਰ ਆਈ ਥੋਟ ਕਿ ਨਹੀਂ ਆਖਿਰ ਨੂੰ ਛੱਡ ਦਾਂਗਾ। ਜਿਹੜੀ ਕੁੜੀ ਨੇ ਮੈਨੂੰ ਆਰਾਮ ਨਾਲ 15 ਸਾਲ ਤੱਕ ਸੰਭਾਲਿਆ ਹੈ, ਡੈਟ ਗਰਲ ਹੂ ਕੇਅਰਸ ਫॉर ਮੀ, ਜਦੋਂ ਮੈਂ ਇਕੱਲਾ ਸੀ ਉਹਨੇ ਮੇਰਾ ਸਾਥ ਦਿੱਤਾ। ਮੈਂ ਡਰਾਇੰਗ ਕਰ ਰਿਹਾ ਹੁਣ 5 ਘੰਟੇ ਡਰਾਇੰਗ ਬਣਾ ਰਿਹਾ, ਕੋਈ ਕੁੜੀ ਮੇਰੇ ਸਾਹਮਣੇ ਨਹੀਂ ਹੈ, ਦੈਨ ਹਾਊ ਆਈ ਕੈਨ ਲੀਵ ਡੈਟ ਗਰਲ। ਮਤਲਬ ਤੁਸੀਂ ਨਹੀਂ, ਆਈ ਥੋਟ ਟੂ ਮਾਈ ਸੈਲਫ ਕਿ ਨਹੀਂ ਮੈਂ ਮੈਡਮ ਨੇ ਕਿੱਦਾਂ ਛੱਡਦਾ ਆਪਣੇ। ਤਾਂ ਮੈਡਮ ਇਹਨੂੰ ਹੀ ਕਰਨਾ ਹੈ ਜਿਹਦੇ ਲਈ ਘੰਟੀ ਵਜਾਣਾ ਹੈ, ਕਿਉਂਕਿ ਇਹ ਜਿਹਦੀ ਆਈਡਲ ਹੈ ਕਿ ਆਈਡਲ ਤਾਂ ਹੁਣ ਉੱਠ ਕੇ ਬਾਹਰ ਆਉਂਦੀ ਨਹੀਂ ਹੈ। ਡੈਟਸ ਵਾਈ ਆਈ ਥਿੰਕ आइडल बजा के इन्होंने घंटी बजाती, हाँ मैडम आ गए हैं, प्रेजेंस लगा के उसको अपने काम लगे, शी विल सी बाय हरसेल्फ, नो प्रॉब्लम। बट वी हैव टू बिलीव आवर डैड, अपने आप ਨੂੰ ਆਪਣੀ ਮਿਹਨਤ ਉੱਪਰ ਫਕਰ ਕਰਨਾ ਚਾਹੀਦਾ ਕਿ ਅਗਰ ਆਪਾਂ ਮਿਹਨਤ ਕਰਦੇ ਹਾਂ ਦੈਨ ਇਟ ਵਿਲ ਗੈਟ ਅਸ ਸਮਥਿੰਗ, ਕਿ ਇਹ ਸਾਨੂੰ ਕੁਝ ਲੈ ਕੇ ਦਊਗੀ, ਜ਼ਰੂਰ ਲੈ ਕੇ। ਆਈ ਐਮ ਸ਼ੋਰ ਆ ਜਿਹੜਾ ਲੋਕਡਾਊਨ ਚੱਲ ਰਿਹਾ ਹੈ, ਕਰਫਿਊ ਹੋਇਆ ਸੀਗਾ ਕਰੋਨਾ ਕਰਕੇ, ਚਾਈਨੀਜ਼ ਐਪ ਕਰਕੇ, ਤੁਹਾਡੇ ਇਸ ਮੋਟਿਵ ਨੂੰ ਹੋਰ ਵੀ ਦਿਮਾਗ ਦੇ ਵਿੱਚ ਸਟਰੋਂਗ ਬਣਾ ਲਿਆ ਹੋਣਾ ਕਿ ਜਿਨ੍ਹਾਂ ਲਈ ਤੁਸੀਂ ਲੜ ਰਹੇ ਹੋ 15 ਸਾਲਾਂ ਤੋਂ, ਉਹ ਮੋਟਿਵ ਹੋਰ ਸਟਰੋਂਗ ਬਣ ਗਿਆ। ਜੀ ਆਫ ਕੋਰਸ ਕਿ ਚੈਨਲ ਸਾਰੇ ਕਾਪੀਕੈਟ ਕਰਦੇ ਨੇ ਕਿ ਹਰ ਚੀਜ਼ ਦੀ ਕਾਪੀ ਕਰ ਲੈਂਦਾ ਹੈ। ਔਰ ਉਸਨੇ ਕਰੋਨਾ ਵਾਇਰਸ ਕਰਤਾ, ਕੋਈ ਗੱਲ ਨਹੀਂ ਚਾਈਨਾ ਵਾਲਾ, ਕੋਈ ਗੱਲ ਨਹੀਂ, ਨੋ ਪ੍ਰੋਬਲਮ। ਕਿ ਅਗਰ ਹੁਣੀ ਹੈਰੀ ਦੇ ਵੇਲੇ ਆਇਆ ਨਹੀਂ ਆ, ਜਿਸ ਦਿਨ ਹੈਰੀ ਦੇ ਵੇਲੇ ਆ ਗਿਆ ਸਾਹਮਣੇ ਆ ਗਿਆ ਤਾਂ ਕੋਈ ਗੱਲ ਨਹੀਂ, ਇਹ ਵੀ ਦਿਖਾ ਦੂੰ ਪੰਜਾਬੀ ਕੀ ਹੁੰਦਾ, ਪੰਜਾਬ ਕੀ ਹੁੰਦਾ। ਆਈ ਵਿਲ ਸ਼ੋ ਹਿਮ ਸ਼ੋਰ। ਤਾਂ ਹੀ ਤਾਂ ਭਾਰਤ ਦਾ ਰਮਾਂਦਾ ਆਪਣਾ, ਤਾਂ ਹੀ ਆ ਜਿਹੜਾ ਝੰਡਾ ਬਣਾਇਆ ਇੱਥੇ, ਆ ਦੇਖੋ ਕੈਮਰਾਮੈਨ ਸਾਹਿਬ, ਆ ਝੰਡਾ ਬਾਰਕੋਡ ਦੇ ਨਾਲ, ਇਹ ਤਾਂ ਹੀ ਬਣਾਇਆ ਸੀ ਕਿ ਚਾਈਨਾ ਵਾਲੇ ਆਪਣੇ ਅਥੈਂਟਿਸਿਟੀ ਇਹ ਨਹੀਂ ਕਹਿ ਸਕੇ ਹਾਂ ਵੇ ਇਹ ਉੱਧਰ ਦਾ ਕਿ ਤਿੱਬਤ ਦਾ ਹੈ ਜਾਂ ਮਲੇਸ਼ੀਅਨ ਹੈ, ਇਜ਼ ਫਰੋਮ ਦਾ ਅਨਦਰ ਕੰਟਰੀ, ਨੋ ਹੀ ਇਜ਼ ਫਰੋਮ ਦਾ ਇੰਡੀਆ ਮੈਨ, ਸ਼ੋਰ। ਕਾਪੀ ਇਟ ਜੀ। ਇਹ ਕਹਿ ਸਕਦੀ ਆ ਕਿ ਚਾਈਨਾ ਤੋਂ ਇੰਨੀ ਨਫ਼ਰਤ ਨਹੀਂ ਹੈ, ਪਰ ਉਹ ਕਾਪੀਕੈਟ ਕਰਕੇ ਆਪਣੇ ਆਪ ਨੂੰ ਬਹੁਤ ਜ਼ਿਆਦਾ ਨੰਬਰ 1 ਹੋ ਗਿਆ ਕਿ ਆਪਾਂ ਕਾਪੀਕੈਟ ਹਰ ਚੀਜ਼ ਕਰ ਸਕਦੇ ਹਾਂ। ਆਪਾਂ ਦੇ ਵਾਂਟ ਟੂ ਬਿਕਮ ਅ ਗॉड, ਕਿ ਆਪਣੇ ਆਪ ਨੂੰ ਰੱਬ ਸਮਝਦੇ ਆ ਕਿ ਆਪਾਂ ਰੱਬ ਬਣ ਗਏ। ਤਾਂ ਕੋਈ ਨਹੀਂ, ਰੱਬ ਨੂੰ ਅਗਰ ਕਰਨ ਵਾਲਾ ਤਾਂ ਕੋਈ ਨਾ ਚਾਹੀਦਾ, ਫਿਰ ਉਹਨਾਂ ਨੂੰ ਨੀਚੇ ਲਾਉਣ ਵਾਲਾ। ਤਾਂ ਉਸ ਰੱਬ ਨੇ ਆਪਣੇ ਨੂੰ ਚੁਣਿਆ ਹੋਇਆ, ਠੀਕ ਹੈ, ਕਰਮ ਕਰ ਫਲ ਦੇ ਔਰ ਚਾਈਨਾ ਨੂੰ ਨੀਚੇ ਲੈ ਕੇ ਆ। ਇਹ ਆਪਣੀ ਮੈਡਮ ਹੈ, ਤਾਂ ਹੀ ਆਪਣੇ ਆਪ ਨੂੰ ਫਿਰ ਲੁਕਾ ਦਾਂਗੇ। I will hide myself, ਕਿਉਂਕਿ ਆਪਣੇ ਨੂੰ ਤਾਂ ਹੀ ਛੁਪਾ ਰਹੇ ਹਾਂ ਕਿ ਆਪਣੇ ਆਪ ਨੂੰ ਦਿਖਾਉਣ ਦੀ ਜ਼ਰੂਰਤ ਨਹੀਂ ਆਪਣੇ ਨੂੰ। ਅਗਰ ਆਪਣੀ ਮੈਡਮ ਸਾਹਮਣੇ, ਆਪਣਾ ਕਰਮ ਸਾਹਮਣੇ ਹੈ, ਤਾਂ ਦੈਨ ਤਾਂ ਤੁਹਾਡੀ ਡਿਟਰਮੀਨੇਸ਼ਨ ਦਾ ਆਪਣੇ ਆਪ ਹੀ ਕੰਮ ਆ ਜਾਏਗੀ ਸਾਹਮਣੇ। ਸੋ ਇਹ ਡਿਟਰਮੀਨੇਸ਼ਨ ਸਿਰਫ ਚਾਈਨਾ ਨੂੰ ਦਿਖਾਉਣ ਵਾਸਤੇ ਕਿ ਤੁਸੀਂ ਨੰਬਰ 1 ਨਹੀਂ ਹੋ, ਨੰਬਰ 1 ਇੰਡੀਆ ਹੈ, ਜਾਂ ਕੀ ਲੱਗਦਾ ਹੈ ਕਿ ਇਹ ਮਿਹਨਤ, ਇਹ ਕ੍ਰੇਜ਼ੀਨੈਸ ਕਿੱਥੇ ਲੈ ਕੇ ਜਾਏਗੀ ਤੁਹਾਨੂੰ? ਇਹ ਨੰਬਰ 1 ਇੰਡੀਆ ਲਈ ਹੈ, ਕਿਉਂਕਿ ਜਿਹੜਾ ਖੂਨ ਆ ਹੁਣ ਜੋ ਤਾਰ ਕੱਢਣ ਦਾ ਲਿਖਿਆ ਹੋਇਆ ਹੈ, that has to be from the 15 ਫੇਸ 5 ਮੋਹਾਲੀ,
इंडिया, पंजाब, तो पंजाबी हो गए। तो पंजाबी हो गए तो फिर इंडियन ਨੂੰ ਤਾਂ ਫਖਰ ਹੋਣਾ ਚਾਹੀਦਾ ਕਿ ਹਾਂ ਠੀਕ ਹੈ ਆਪਣੇ ਪੰਜਾਬੀ ਨੇ ਬਿਲਕੁਲ। ਕਰਕੇ ਦਿਖਾਇਆ ਜ਼ਰੂਰ। ਸੋ ਅੱਜ ਕੱਲ ਦਾ ਜਿਹੜਾ ਪੰਜਾਬੀ ਯੂਥ ਆ ਕੀ ਲੱਗਦਾ ਹੈ ਕਿੱਥੇ ਜਾ ਰਹੇ ਆ ਪੰਜਾਬੀ ਮੁੰਡੇ ਕੁੜੀਆਂ? ਅੱਜ ਕੱਲ੍ਹ ਦੇ ਪੰਜਾਬੀ ਕੁੜੀਆਂ ਤਾਂ ਲੱਗਦੇ ਨੇ ਕੁਝ ਕਰਨ ਵਾਲੇ ਹੈਗੇ ਆ। ਦੈਟਸ ਅ ਕੰਟਰੋਵਰਸੀਅਲ ਕੁਐਸਚਨ, ਬਟ ਅਗਰ ਆਪਣੇ ਉੱਪਰ ਕੋਈ ਕਰਨਗੇ, ਵਿਲ ਪਾਵਰ ਰੱਖਣਗੇ, ਵੀ ਕੈਨ ਡੂ ਸਮਥਿੰਗ, ਬਟ ਕਿਸੇ ਦੀ ਹੈਲਪ ਬਗੈਰ then they can do something, otherwise I don't think so there's ਕਿ ਕੋਈ ਐਸਾ ਫਲੇਵਰ ਹੈ ਇਹਨਾਂ ਦਾ ਜਾਂ ਕੋਈ ਐਸਾ ਇਹਨਾਂ ਦਾ ਫਿਊਚਰ ਬਣਨ ਵਾਲਾ ਹੈ ਆਉਣ ਵਾਲੇ ਆਪਣੇ ਜਨਰੇਸ਼ਨ ਦਾ ਨਵੀਂ ਕਿ ਉਹ ਕੁਝ ਕਰ ਸਕਣ ਜਾਂ ਆਪਣੀ ਤਰੱਕੀ ਕਰ ਸਕਣ। ਨਹੀਂ, ਨਥਿੰਗ, ਜ਼ੀਰੋ, 0%। ਕੀਪ ਦੈਟ ਇਨ ਨੋਟ। ਯੂ ਸਪੀਕ ਸੋ ਫਲੂਐਂਟਲੀ, ਕਿੰਨੀ ਲੈਂਗੁਏजेस ਜਾਣਦੇ ਹੋ? ਕਿਉਂਕਿ ਤੁਹਾਨੂੰ ਦੇਖ ਕੇ ਉਹ ਜੋ ਕ੍ਰੇਜ਼ੀਨੈਸ ਹੈ ਨਾ, ਇਹ ਤੋਂ ਮੈਂ ਅੰਦਾਜ਼ਾ ਲਾ ਸਕਦੀ ਹਾਂ ਕਿ ਬਹੁਤ ਇੰਟੈਲੈਕਚੁਅਲ ਲੈਵਲ ਦੇ ਹੋ ਤੁਸੀਂ। ਸੋ ਕਿੰਨੀ ਕੀ ਲੈਂਗੁਏजेस ਜਾਣਦੇ ਹੋ ਹਿੰਦੀ, ਪੰਜਾਬੀ ਤੇ ਅੰਗਰੇਜ਼ੀ ਤੋਂ ਇਲਾਵਾ? नहीं मैडम, वैसे हिंदी, पंजाबी, इंग्लिश होगी, उर्दू होगी, ते तमिल होगी, ते चाइनीज़ होगी, ते थोड़ी मलीवरी भी सीखी, मणिपुरी लैंग्वेज वो भी, ते तिबान वाली भी मत, बस इन्नी ਤੇ ਵਿੱਚ ਤੁਸੀਂ ਕਿਹਾ ਚਾਈਨੀਜ਼ ਵੀ, ਟਾਰਗੇਟ ਵੀ ਉਹਨਾਂ ਨੂੰ ਹੀ ਕਰਨਾ ਹੈ, ਉਹਨਾਂ ਦੀ ਲੈਂਗੁਏਜ ਸਿੱਖ ਵੀ ਲਈ ਤਾਂ ਕਿ ਉਹਨਾਂ ਦੀ ਲੈਂਗੁਏਜ ਦੇ ਵਿੱਚ ਜਵਾਬ ਦੇਵੋ ਉਹਨਾਂ ਨੂੰ। क्योंकि दुश्मन ਦੀ ਅਗਰ ਸੀ ਕੁਛਣਾ ਹੈ ਤਾਂ ਫਿਰ ਦੁਸ਼ਮਣ ਦੀ ਲੈਂਗੁਏਜ ਤਾਂ ਆਉਣੀ ਚਾਹੀਦੀ ਹੈ ਮੈਡਮ। ਸ਼ੋਰ, ਆਫ ਕੋਰਸ, ਉਹ ਜ਼ਰੂਰੀ ਹੈ, ਉਹ ਜ਼ਰੂਰੀ ਹੈ, ਉਹ ਆਉਣੀ ਚਾਹੀਦੀ ਹੈ ਮੈਡਮ। ਡੈਟ ਹੈਜ਼ ਟੂ ਬੀ ਇਨ ਯੋਰ ਬਲੱਡ ਕਿ ਅਗਰ ਸੀ ਬੰਦੇ ਬਲੱਡ ਅੰਦਰ ਜਾਣਾ ਚਾਹੁੰਦੇ ਹੋ ਤਾਂ ਤੁਹਾਡੇ ਬਲੱਡ ਅੰਦਰ ਕੋਈ ਉਹਦੇ ਮਾਲਿਕਸ ਹੋਣੇ ਚਾਹੀਦੇ ਆ। ਸੋ ਬਹੁਤ ਸਾਰੀ ਗੱਲਬਾਤ ਹੋ ਗਈ ਬਟ ਪੁੱਛਿਆ ਨਹੀਂ ਮੈਂ ਕਿ ਇੱਥੇ ਬਹਿ ਰਹੇ ਹੋ 25 ਸਾਲ ਤੋਂ ਇੱਥੇ ਬੈਠੇ ਹੋਏ, ਕੁਆਲੀਫਿਕੇਸ਼ਨ ਕੀ ਆ ਤੁਹਾਡੀ? ਮਤਲਬ ਕੀ ਕੁਝ ਆਰਟ ਦੇ ਵਿੱਚ ਤੁਸੀਂ ਕੋਈ ਡਿਗਰੀ ਲਈ ਹੈ? ਨਹੀਂ, ਕੁਆਲੀਫਿਕੇਸ਼ਨ ਵੈਸੇ ਦੱਸਣ ਵਾਲੇ ਹੋ ਤਾਂ ਵੈਸੇ ਆਪਣੀ PhD ਫਿਲਾਸਫੀ ਹੈ ਪੰਜਾਬ ਯੂਨੀਵਰਸਿਟੀ, ਬਟ ਵੈਸੇ ਇਨਸਾਨ ਹਰ ਜ਼ਿੰਦਗੀ ਵਿੱਚ ਸਿੱਖ ਸਕਦਾ ਹੈ, ਹਰ ਰੋਜ਼ ਸਿੱਖਦਾ ਹੈ ਬੰਦਾ। ਬਟ ਹਰ ਕੋਈ ਕਿਸੇ ਨੂੰ ਇਹ ਨਹੀਂ ਕਹਿ ਸਕਦਾ ਕਿ ਮੈਂ ਬੈਸਟ ਹਾਂ, ਨਹੀਂ, ਐਵਰੀਵਨ ਇਜ਼ ਦ ਬੈਸਟ, ਬਟ ਵੀ ਹੈਵ ਟੂ, ਪਰ ਸਾਨੂੰ ਹਰ ਬੰਦੇ ਵਿੱਚੋਂ ਕੁਛ ਨਾ ਕੁਛ ਐਕਸੈਸਟ ਯਾਨੀ ਕਿ ਉਹਦੇ ਵਿੱਚੋਂ ਖਿੱਚਣਾ ਪੈਂਦਾ ਹੈ ਜਿਹੜਾ ਤੁਹਾਨੂੰ ਬੈਸਟ ਬਣਾਉਣ 'ਚ ਹੈਲਪ ਕਰਦਾ ਹੈ। ਇਹ ਆਪਣਾ ਕਹਿਣਾ ਮੈਡਮ। ਸੋ ਆਈ ਹੈਵ ਗੋਨ ਇਨਟੂ ਸਮ ਅਦਰ ਵਰਲਡ ਤੁਹਾਡੇ ਨਾਲ ਗੱਲਬਾਤ ਕਰਕੇ। ਆਖਰੀ ਸਵਾਲ ਇਹ ਹੋਵੇਗਾ ਕਿ ਕਿੱਥੇ ਵੇਖ ਰਹੇ ਹੋ ਆਪਣੀ ਇਸ ਮਿਹਨਤ ਨੂੰ ਜਿਹਦੇ ਤੇ 15 ਸਾਲ ਲਾਤੇ? ਕੀ ਐਕਸਪੈਕਟ ਕਰ ਰਹੇ ਹੋ ਕਿ ਕਿੰਨਾ ਕੀ ਸਪੋਰਟ ਮਿਲੂਗਾ? ਆਈ ਐਮ ਸ਼ੋਰ ਕਿ ਇਸ ਕਨਵਰਸੇਸ਼ਨ ਤੋਂ ਬਾਅਦ ਕੋਈ ਸਪੋਰਟ ਆਏ ਪ੍ਰਸ਼ਾਸਨ ਵੱਲੋਂ, ਕਿਸੇ ਵੱਲੋਂ ਕੋਈ ਸਪੋਰਟ ਚਾਹੀਦਾ ਵੀ ਹੈ ਕਿ ਆਪ ਹੀ ਇਕੱਲੇ ਲੜਾਈ ਲੜੋਗੇ? ਨਹੀਂ, ਵੈਸੇ ਸਪੋਰਟ ਦੀ ਐਕਸਪੈਕਟੇਸ਼ਨ ਨਹੀਂ ਕੀਤੀ ਵੈਸੇ ਲਾਈਫ ਵਿੱਚ, ਬਟ ਜਦੋਂ ਟਾਈਮ ਆਉਂਦਾ ਹੈ, ਟਾਈਮ ਨੈਵਰ ਰਿਮੇਨਸ ਦ ਸੇਮ, ਕਿ ਟਾਈਮ ਹਮੇਸ਼ਾ ਬਰਾਬਰ ਨਹੀਂ ਰਹਿੰਦਾ ਵੀਰੇ। ਚੱਕਰ ਇਹ ਕਿ ਤੁਸੀਂ ਆਪਣਾ ਕਰਮ ਕਰਦੇ ਰਹੋ। ਫਲ ਦੀ ਚਿੰਤਾ ਕਿੰਨੇ ਕੀਤੀ ਹੈ? ਫਲ ਤਾਂ ਮਿਲੂਗਾ, ਮਿਲੂਗਾ, ਕਿਉਂ ਨਹੀਂ ਮਿਲੂਗਾ ਫਲ? ਫਲ ਵੀ ਡੈਫੀਨੇਟਲੀ ਕਮ ਬਾਈ ਇਟ ਸੈਲਫ। ਅਗਰ ਤੁਸੀਂ ਪੇੜ ਬੋਂਦੇ ਹੋ ਤਾਂ ਫਲ ਤਾਂ ਆਪਣੇ ਆਪ ਆਓ। ਫਲ ਬੋ ਦਿਓ, ਖਾਦ ਪਾ ਦਿਓ, ਪਾਣੀ ਪਾ ਦਿਓ, ਛੱਡ ਦਿਓ, 5 ਸਾਲ ਬਤਾਓ ਆਪਣੇ ਆਪ ਫਲ ਆਓ। ਬਟ ਯੂ ਹੈਵ ਟੂ ਬੀ ਕਿ ਤੁਸੀਂ ਵਾਪਸ ਆਉਣਾ ਹੈ ਉਸੀ ਵੇ ਉੱਪਰ। ਇਹ ਹੈ ਮੇਨ ਆਪਣਾ ਮੈਸੇਜ ਸਾਰੀ ਜਨਰੇਸ਼ਨ ਨੂੰ, ਆਉਣੇ ਵਾਲੀ ਨੂੰ। ਥੈਂਕ ਯੂ ਸੋ ਮਚ ਆਰਟਿਸਟ ਹੈਰੀ, ਥੈਂਕ ਯੂ ਸੋ ਮਚ ਇੰਨੀ ਕੁਝ ਇੰਟੈਲੈਕਚੁਅਲ ਕਨਵਰਸੇਸ਼ਨ ਦੇ ਲਈ। ਤੇ ਆਮ ਸ਼ੋਰ ਜਿੰਨੇ ਲੋਕੀ ਦੇਖਣਗੇ ਇੰਸਪਾਇਰ ਜ਼ਰੂਰ ਹੋਣਗੇ, ਕੀ ਪਤਾ ਤੁਹਾਡੇ ਕੋਲ ਆ ਕੇ ਵਿਜ਼ਿਟ ਵੀ ਕਰੇ। ਨਾ ਵਿਜ਼ਿਟ ਕਰਾਂਗੇ ਤਾਂ ਫਿਰ ਵਿਜ਼ਿਟ ਕਰਨ ਦਾ ਨੰਬਰ ਹੋਊਗਾ, ਅਗਰ ਨੰਬਰ ਡਾਇਲ ਕਰ ਲੈਣਗੇ ਦੈਨ ਦੇ ਕੈਨ ਕਾਲ ਮੀ, ਅਦਰਵਾਈਜ਼ ਨੋ। ਕਿਉਂਕਿ ਮੈਡਮ ਆਉਂਦੀ ਹੈ ਇੱਥੇ, ਉਹ ਸਕਰਟ ਪਾ ਕੇ ਆਉਂਦੀ, ਉਹਨਾਂ ਨੇ ਇਹ ਅਲਾਉਡ ਹੈ ਕਿ ਇੱਥੇ ਆਉਣਾ ਹੈ ਆਪਣੇ ਕੋਲ, ਆਪਾਂ ਕਰਮਚਾਰੀ ਹਾਂ ਅਤੇ ਦੁਪੱਟਾ ਲੈ ਕੇ ਆਉਣਾ ਹੈ। ਹੁਣ ਤੁਸੀਂ ਇੰਟਰਵਿਊ ਵਾਲੇ ਹੋ ਤਾਂ ਤੁਹਾਨੂੰ ਨਹੀਂ ਬੋਲ ਸਕੇ, ਨੋ ਪ੍ਰੋਬਲਮ, ਨੋ ਪ੍ਰੋਬਲਮ, ਉਹਦਾ ਕੋਈ ਚੱਕਰ ਨਹੀਂ। ਪਰ ਜਿਹੜੇ ਬੰਦੇ ਆਪਣੇ ਇੰਟੈਲੈਕਚੁਅਲੀ ਜਿਹੜੇ ਬੰਦੇ ਆਉਂਦੇ ਨੇ ਉਹ ਆਪਣੇ ਕੋਲ ਦੁਪੱਟਾ ਲੈ ਕੇ ਆਉਂਦੇ ਨੇ, ਹਾਂ ਮੈਡਮ ਨੂੰ ਬੋਲ ਦੇਣਾ ਮੈਡਮ ਆਪਾਂ ਕਰਮਚਾਰੀ ਹਾਂ, ਤਾਂ ਦੈਨ ਯੂ ਹੈਵ ਟੂ ਵੇਅਰ ਦੁਪੱਟਾ ਔਰ ਅ ਸਟਾਲ ਔਨ ਯੂਰ ਹੈਡ। ਆਈ ਵਿਲ ਡੈਫੀਨੇਟਲੀ ਟੇਕ ਕੇਅਰ ਆਫ ਦੈਟ। ਦੂਜੀ ਵਾਰ ਜੇ ਮੈਂ ਇੱਥੋਂ ਲੰਘੀ, ਕਿਉਂਕਿ ਮੈਂ ਲੰਘਦੀ ਹੋਈ ਜਾ ਕੇ ਦੇਖਿਆ, ਮੈਨੂੰ ਨਹੀਂ ਪਤਾ ਸੀ ਆ ਵਿਚਾਰਾ। ਆਈ ਟੇਕ ਕੇਅਰ ਆਫ ਦੈਟ। ਤਾਂ that was the reason that I never said anything। ਨਹੀਂ, ਇਹ ਮੈਡਮ ਇਗਨੋਰੈਂਸ, ਥੋੜੀ ਇਗਨੋਰੈਂਸ ਵਾਲਾ ਸੀ। ਯੂ ਸ਼ੁਡ ਨੋ ਐਨੀਥਿੰਗ ਕਿ ਇੱਥੇ ਕੀ ਹੋ ਰਿਹਾ ਹੈ। ਨੋ, ਯੂ ਆਰ ਨਿਊ, ਤਾਂ ਨਿਊ ਲਈ ਕੋਈ ਚੀਜ਼ ਨੂੰ ਐਕਸਪਲੋਰ ਕਰਨਾ, ਦੈਟਸ ਨਥਿੰਗ ਰੋਂਗ। ਉਹ ਕੋਈ ਰੋਂਗ ਨਹੀਂ ਕਹਿੰਦਾ, ਨੋ। So many secrets are there in your eyes, in your smile. There are a lot of questions
ਸੋ ਆਈ ਡੋਂਟ ਨੋ ਇਹੀ ਕਹਿ ਸਕਦੇ ਆ ਕਿ ਇਹ ਜਿੰਨੇ ਵੀ ਸਵਾਲ ਆ ਇਹਨਾਂ ਦੇ ਜਵਾਬ ਤੁਹਾਨੂੰ ਬਹੁਤ ਛੇਤੀ ਮਿਲੇ। ਹੋਰ 15 ਸਾਲ ਨਾ ਲਾਣੇ ਪੈਣ ਤੁਹਾਨੂੰ, ਤੁਹਾਡੀ ਜੋ ਵੀ ਤੁਸੀਂ ਸੋਚ ਰੱਖ ਰਹੇ ਹੋ, ਇੱਕ ਜਜ਼ਬਾ ਰੱਖ ਰਹੇ ਹੋ, ਉਹ ਤੁਹਾਡੇ ਤੱਕ ਜ਼ਰੂਰ ਪਹੁੰਚ ਜਾਵੇ। ਜ਼ਰੂਰ ਐਕਸਪੈਕਟ ਕਰਾਂਗੇ ਕਿਉਂਕਿ ਇਹ ਮੈਡਮ ਆਪਣੇ ਨਾਲ ਹੈ, ਇਹ ਮੈਡਮ ਆਪਣੇ ਨਾਲ ਹੈ, ਤਾਂ ਹੀ ਤਾਂ ਹਾਈਲਾਈਟ ਬਾਰ-ਬਾਰ ਕਰ ਸਕਦੇ ਕਿ ਜਦ ਮੈਡਮ ਆਪਣੇ ਨਾਲ ਹੈ ਤਾਂ ਫਿਰ, ਕਿਉਂਕਿ ਲੇਡੀ ਲੱਕ ਮੇਨ ਹੁੰਦਾ ਹੈ, ਲੇਡੀ ਲੱਕ ਮੈਟਰਸ ਅ ਲੋਟ ਫॉर ਯੂ। ਆਈ ਬਲੀਵ ਇਨ ਦਾ ਲੇਡੀ ਲੱਕ ਆਲਸੋ। ਪਰ ਕਹਿੰਦੇ ਕਿ ਬ੍ਰਹਮਚਾਰੀਆਂ ਦਾ ਬ੍ਰਹਮਚਾਰੀ ਹੋ ਗਿਆ, ਅਗਰ ਮੈਰਿਜ ਨਹੀਂ ਕੀਤੀ ਤਾਂ ਨਹੀਂ, ਤਾਂ ਅਸੀਂ ਆਰਟ ਨਾਲ ਮੈਰਿਜ ਕਰ ਲਈ, ਆ ਮੈਰਿਡ ਟੂ ਦਾ ਆਰਟ, ਨੋ ਪ੍ਰੋਬਲਮ। ਤਾਂ ਫਿਰ ਇਸ ਥੈਂਕ ਯੂ ਸੋ ਮਚ। ਥੈਂਕ ਯੂ ਮੈਮ। ਥੈਂਕ ਯੂ। ਗੱਲਬਾਤ ਤੁਸੀਂ ਸੁਣ ਲਈ ਤੇ ਆਮ ਸ਼ੋਰ ਤੁਸੀਂ ਸੋਚ ਰਹੇ ਹੋਵੋਗੇ ਕਿ ਅਸੀਂ ਬੈਠੇ ਕਿੱਥੇ ਆ। ਇੱਕ ਵਾਰ ਕੈਮਰਾ ਪਰਸਨ ਨੂੰ ਕਹਾਂਗੇ ਪੈਨ ਕਰਕੇ ਦਿਖਾਓ ਕਿ ਜਿੰਨੇ ਉੱਚ ਇਹਨਾਂ ਦੇ ਵਿਚਾਰ ਆ, ਉਹਨਾਂ ਨੇ ਥਾਂ ਵੀ ਉੱਦਾਂ ਦੀ ਚੁਣੀ ਆ। ਲਾਈਕ ਮੈਨੂੰ ਚੇਅਰ ਦਾ ਸਹਾਰਾ ਲਿਆ ਪਿਆ ਇੱਥੇ ਬੈਠਣ ਲਈ। ਇਟ ਵਾਜ਼ ਲਵਲੀ ਕਨਵਰਜ਼ੇਸ਼ਨ ਵਿਦ ਹਿਮ ਤੇ ਬਹੁਤ ਮਜ਼ਾ ਆਇਆ ਇਹਦੇ ਨਾਲ ਗੱਲਬਾਤ ਕਰਕੇ, ਬਹੁਤ ਚੀਜ਼ਾਂ ਸਿੱਖੀਆਂ, ਬਹੁਤ ਕੁਝ ਪਤਾ ਲੱਗਿਆ ਕਿ ਦਿਸ ਕ੍ਰੇਜ਼ੀਨੈਸ ਵਿਲ ਗੈਟ ਹਿਮ ਸਮਵੇਅਰ, ਆਈ ਕੈਨ ਸੇ ਔਨ ਹਾਈਟਸ, ਜਿੱਥੇ ਜਾਣਾ ਚਾਹੁੰਦੇ ਨੇ। ਬਹੁਤ ਚੰਗਾ ਲੱਗਿਆ ਤੇ ਕੁਝ ਇੱਕ ਇਮੋਸ਼ਨਸ ਹੁੰਦੇ ਨੇ ਜੋ ਸਿਰਫ ਮੈਂ ਇਹਨਾਂ ਨੂੰ ਦੇਖ ਕੇ ਹੀ ਸੋਚ ਸਮਝ ਸਕਦੀ ਆ, ਬਿਆਨ ਨਹੀਂ ਕਰ ਸਕਦੀ ਸ਼ਬਦਾਂ ਦੇ ਵਿੱਚ। ਜੇਕਰ ਤੁਸੀਂ ਕੁਝ ਕਰਨਾ ਚਾਹੁੰਦੇ ਹੋ ਨਾ, ਅਗਰ ਕੁਝ ਕਰਨਾ ਚਾਹੁੰਦੇ ਹੋ, ਜਸਟ ਬਲੀਵ ਇਨ ਯੂਰਸੈਲਫ। ਤੁਸੀਂ ਸੋਸਾਇਟੀ ਪਿੱਛੇ ਨਾ ਜਾਓ ਕਿ ਸੋਸਾਇਟੀ ਜੋ ਕਹਿੰਦੇ ਕਿ ਉਹ ਕੀ ਬੋਲੂਗਾ, ਉਹ ਕੀ ਬੋਲੂਗਾ। ਇਫ ਯੂ ਅਬਾਊਟ ਦਿਸ ਵੇ ਕਿ ਉਹ ਕੀ ਬੋਲੂਗਾ, ਉਹ ਕੀ ਬੋਲੂਗਾ, ਦੈਨ ਯੂ ਕਾਂਟ ਸਰਵਾਈਵ। ਤਾਂ ਤੁਸੀਂ ਆਪਣੇ ਉੱਪਰ ਆਪਣੇ ਕਰਮ ਪਰ ਬਿਲੀਵ ਕਰੋ ਹਮੇਸ਼ਾ, ਆਪਣੇ ਕਰਮ ਔਰ ਆਪਣੇ ਬਿਲੀਵ ਉੱਪਰ। ਯੂ ਆਰ ਦਾ ਬੈਸਟ, ਬਸ। ਦੂਸਰਾ ਬੰਦਾ ਬੈਸਟ ਨਹੀਂ ਹੈ, ਤੁਸੀਂ ਉਹਨੂੰ ਬੈਸਟ ਬਣਾ ਰਹੇ ਹੋ। ਇਸ ਕਰਕੇ ਯੂ ਆਰ ਦਾ ਬੈਸਟ ਫਰਸਟ ਟੂ ਮੇਕ ਹਿਮ ਦਾ ਬੈਸਟ। ਥੈਂਕ ਯੂ ਸੋ ਮਚ। ਥੈਂਕ ਯੂ। ਕੈਮਰਾ ਪਰਸਨ ਆਨੰਦ ਦੇ ਨਾਲ ਸੋਨਾਲੀ ਨੇਗੀ, ਡੇਲੀ ਪੋਸਟ ਪੰਜਾਬੀ, ਮੋਹਾਲੀ।